ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਨੰਬਰ 4/2026 ਦੀ ਪੂਰੀ ਡੂੰਘਾਈ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ GNDU ਵੱਲੋਂ ਮਿਲ ਰਹੇ ਇਨ੍ਹਾਂ ਮੌਕਿਆਂ ਦੀ। ਇਹ ਇੱਕ ਸੁਨਹਿਰੀ ਮੌਕਾ ਹੈ। ਇਹ ਖਾਸ ਤੌਰ ਤੇ ਨਾਨ ਟੀਚਿੰਗ ਪੋਸਟਾਂ ਲਈ ਇੱਕ ਅਧਿਕਾਰਿਤ ਭਰਤੀ ਮੁਹਿੰਮ ਹੈ, ਪਰ ਧਿਆਨ ਰਹੇ ਇਹਦਾ ਸਮਾਂ ਬਹੁਤ ਸੀਮਿਤ ਹੈ। ਤੇ ਜਦੋਂ ਮੈਂ ਸੀਮਿਤ ਸਮਾਂ ਕਹਿਣਾ ਹਾਂ ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਪੋਰਟਲ ਸਿਰਫ 28 ਮਈ 2026 ਤੱਕ ਹੀ ਖੁੱਲ੍ਹਾ ਰਹਿਣਾ ਹੈ ਤੇ ਸਭ ਤੋਂ ਜ਼ਰੂਰੀ ਤਾਰੀਖ ਉਹ ਹੈ 4 ਜੂਨ 2026। ਇਹ ਉਹ ਆਖਰੀ ਦਿਨ ਹੈ ਜਦੋਂ ਤੱਕ ਤੁਹਾਡੀ ਐਪਲੀਕੇਸ਼ਨ ਦੀ ਹਾਰਡ ਕਾਪੀ ਯੂਨੀਵਰਸਿਟੀ ਪਹੁੰਚ ਜਾਣੀ ਚਾਹੀਦੀ ਹੈ। ਯਾਨੀ ਕਿ ਇੱਥੇ ਫੁਰਤੀ ਅਤੇ ਸਹੀ ਜਾਣਕਾਰੀ ਦੋਵਾਂ ਦੀ ਬਹੁਤ ਲੋੜ ਪੈਣੀ ਹੈ। ਇਹ ਜੋ ਜਾਣਕਾਰੀ ਆਪਾਂ ਡਿਸਕਸ ਕਰ ਰਹੇ ਹਾਂ ਇਹ ਸਿੱਧੀ ਯੂਨੀਵਰਸਿਟੀ ਦੇ ਅਧਿਕਾਰਿਤ ਇਸ਼ਤਿਹਾਰ ਨੰਬਰ 4/2026 ਤੋਂ ਆ ਰਹੀ ਹੈ। ਇਹ ਬਿਲਕੁਲ ਆਫੀਸ਼ੀਅਲ ਹੈ ਕਿਉਂਕਿ ਕਿਸੇ ਵੀ ਨੌਕਰੀ ਲਈ ਅਪਲਾਈ ਕਰਨ ਤੋਂ ਪਹਿਲਾਂ ਇਹ ਪੱਕਾ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਜਾਣਕਾਰੀ 100% ਸਹੀ ਤੇ ਪ੍ਰਮਾਣਿਕ ਹੋਵੇ। ਚਲੋ ਹੁਣ ਅਸਾਮੀਆਂ ਦੀ ਇੱਕ ਝਲਕ ਦੇਖ ਲੈਂਦੇ ਹਾਂ। ਆਪਣੇ ਕੋਲ ਐਸਟੀਮੇਟਰ ਅਤੇ ਫਿਜ਼ੀਓਥੈਰੇਪਿਸਟ ਦੀਆਂ ਪੋਸਟਾਂ ਹਨ ਜਿਨ੍ਹਾਂ ਲਈ ਲੈਵਲ 5 ਯਾਨੀ ਕਿ 29,200 ਰੁਪਏ ਦਾ ਪੇ ਸਕੇਲ ਹੈ ਤੇ ਦੋਵਾਂ ਦੀ ਇੱਕ ਪੋਸਟ ਹੈ। ਇਸ ਤੋਂ ਬਾਅਦ ਵਾਚ ਐਂਡ ਵਾਰਡ ਸੁਪਰਵਾਈਜ਼ਰ ਲਈ ਲੈਵਲ 3 ਤੈਅ ਕੀਤਾ ਗਿਆ ਹੈ ਯਾਨੀ 21,700 ਰੁਪਏ, ਜਿਸ ਦੀਆਂ ਕੁੱਲ 2 ਅਸਾਮੀਆਂ ਨੇ। ਤੇ ਜੇ ਆਪਾਂ ਸਿਕਿਉਰਿਟੀ ਗਾਰਡ ਦੀ ਗੱਲ ਕਰੀਏ ਤਾਂ ਇਸ ਦੀਆਂ ਸਭ ਤੋਂ ਵੱਧ 11 ਪੋਸਟਾਂ ਹਨ ਤੇ ਇਹ ਲੈਵਲ 1 ਯਾਨੀ 18,000 ਰੁਪਏ ਦੇ ਪੇ ਸਕੇਲ ਤੇ ਆਉਂਦੀਆਂ ਨੇ। ਇਹ ਪੂਰਾ ਢਾਂਚਾ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਹੁਣ ਇੱਕ ਗੱਲ ਇੱਥੇ ਬਿਲਕੁਲ ਕਲੀਅਰ ਕਰ ਦਿੱਤੀ ਗਈ ਹੈ ਕਿ ਇਹ ਜੋ ਤਨਖਾਹਾਂ ਨੇ ਇਹ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ 15 ਜਨਵਰੀ 2015 ਵਾਲੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਹੀ ਮਿਲਣਗੀਆਂ। ਮਤਲਬ ਇਹ ਕੋਈ ਅੰਦਾਜ਼ੇ ਨਹੀਂ ਲਗਾਏ ਗਏ ਬਲਕਿ ਇਹ ਸਭ ਕੁਝ ਪੱਕੇ ਸਰਕਾਰੀ ਨਿਯਮਾਂ ਤਹਿਤ ਬੱਝਿਆ ਹੋਇਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਸ ਇਸ਼ਤਿਹਾਰ ਦੀ ਸਭ ਤੋਂ ਖਾਸ ਪੋਸਟ ਬਾਰੇ, ਟੈਕਸੇਸ਼ਨ ਕੰਸਲਟੈਂਟ। ਇਹ ਇੱਕ ਬਹੁਤ ਹੀ ਹਾਈ ਲੈਵਲ ਤੇ ਸਪੈਸ਼ਲਾਈਜ਼ਡ ਰੋਲ ਹੈ ਜਿਸ ਲਈ ਕਾਫੀ ਡੂੰਘੀ ਪ੍ਰੋਫੈਸ਼ਨਲ ਮਹਾਰਤ ਚਾਹੀਦੀ ਹੈ। 50,000 ਰੁਪਏ। ਹਾਂਜੀ, ਇਸ ਟੈਕਸੇਸ਼ਨ ਕੰਸਲਟੈਂਟ ਦੀ ਪੋਸਟ ਲਈ ਇਹ ਇੱਕ ਫਿਕਸਡ ਮਹੀਨਾਵਾਰ ਤਨਖਾਹ ਰੱਖੀ ਗਈ ਹੈ। ਬਾਕੀ ਪੋਸਟਾਂ ਵਾਂਗ ਇਸ ਦਾ ਕੋਈ ਲੈਵਲ ਵਾਲਾ ਹਿਸਾਬ ਨਹੀਂ ਹੈ, ਸਿੱਧਾ ਫਿਕਸਡ ਅਮਾਉਂਟ। ਇਹ ਅੰਕੜਾ ਆਪਣੇ ਆਪ ਵਿੱਚ ਹੀ ਦੱਸ ਰਿਹਾ ਹੈ ਕਿ ਯੂਨੀਵਰਸਿਟੀ ਲਈ ਇਹ ਰੋਲ ਕਿੰਨਾ ਅਹਿਮ ਹੈ। ਪਰ ਇਸ ਪੋਸਟ ਦੀਆਂ ਕੁਝ ਆਪਣੀਆਂ ਖਾਸ ਸ਼ਰਤਾਂ ਵੀ ਨੇ। ਸਭ ਤੋਂ ਪਹਿਲਾਂ ਇਹ ਸ਼ੁਰੂ ਵਿੱਚ 1 ਸਾਲ ਲਈ ਪੂਰੀ ਤਰ੍ਹਾਂ ਨਾਲ ਆਰਜ਼ੀ ਯਾਨੀ ਟੈਂਪਰੇਰੀ ਬੇਸਿਸ ਤੇ ਹੋਵੇਗੀ ਤੇ ਦੂਜੀ ਵੱਡੀ ਸ਼ਰਤ ਇਹ ਹੈ ਕਿ ਅਪਲਾਈ ਕਰਨ ਵਾਲੇ ਦੀ ਉਮਰ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਯੂਨੀਵਰਸਿਟੀ ਨੂੰ ਇਸ ਕੰਮ ਲਈ ਕਿਸੇ ਬਹੁਤ ਹੀ ਤਜਰਬੇਕਾਰ ਬੰਦੇ ਦੀ ਭਾਲ ਹੈ। ਆਖਿਰ ਇੰਨੀ ਅਹਿਮੀਅਤ ਕਿਉਂ? ਕਿਉਂਕਿ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ। ਇਨਕਮ ਟੈਕਸ ਤੇ GST ਐਕਟ ਲਾਗੂ ਕਰਵਾਉਣਾ, ਸਮੇਂ ਸਿਰ ਸਾਰੀਆਂ ਰਿਟਰਨਾਂ ਭਰਨੀਆਂ ਤੇ ਯੂਨੀਵਰਸਿਟੀ ਲਈ 12A ਅਤੇ 80G ਵਰਗੀਆਂ ਜ਼ਰੂਰੀ ਟੈਕਸ ਛੋਟਾਂ ਲੈ ਕੇ ਆਉਣੀਆਂ, ਇਹ ਸਭ ਇਸੇ ਰੋਲ ਦਾ ਹਿੱਸਾ ਹੈ। ਨਾਲ ਹੀ ਇੰਟਰਨਲ ਅਤੇ ਕਾਨੂੰਨੀ ਆਡਿਟ ਸਹੀ ਟਾਈਮ ਤੇ ਕਰਵਾਉਣਾ ਵੀ ਇਹਨਾਂ ਦੀ ਹੀ ਡਿਊਟੀ ਹੋਵੇਗੀ। ਸੱਚ ਪੁੱਛੋ ਤਾਂ ਇਹ ਯੂਨੀਵਰਸਿਟੀ ਦੇ ਵਿੱਤੀ ਪ੍ਰਬੰਧਨ ਦੀ ਇੱਕ ਤਰ੍ਹਾਂ ਨਾਲ ਰੀੜ੍ਹ ਦੀ ਹੱਡੀ ਵਾਲਾ ਕੰਮ ਹੈ। ਅੱਗੇ ਵਧਦੇ ਹਾਂ ਤੇ ਨਜ਼ਰ ਮਾਰਦੇ ਹਾਂ ਇਸ ਭਾਰਤੀ ਦੇ ਸਭ ਤੋਂ ਵੱਡੇ ਹਿੱਸੇ ਵੱਲ। ਆਓ ਦੇਖੀਏ ਕਿ ਵੱਖ-ਵੱਖ ਕੈਟੇਗਰੀਆਂ ਵਿੱਚ ਅਸਾਮੀਆਂ ਦੀ ਵੰਡ ਕਿਵੇਂ ਕੀਤੀ ਗਈ ਹੈ। 25 ਜੀ ਹਾਂ, ਕੁੱਲ 25 ਅਸਾਮੀਆਂ ਸਿਰਫ ਕਲਰਕ ਕਮ ਜੂਨੀਅਰ ਡੇਟਾ ਐਂਟਰੀ ਆਪਰੇਟਰ ਲਈ ਕੱਢੀਆਂ ਗਈਆਂ ਨੇ। ਪੂਰੇ ਇਸ਼ਤਿਹਾਰ ਵਿੱਚ ਇਹ ਸਭ ਤੋਂ ਵੱਡਾ ਨੰਬਰ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੂਨੀਵਰਸਿਟੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਲੈਰੀਕਲ ਅਤੇ ਡੇਟਾ ਐਂਟਰੀ ਸਟਾਫ ਦੀ ਕਿੰਨੀ ਵੱਡੀ ਲੋੜ ਹੈ। ਹੁਣ ਇਨ੍ਹਾਂ 25 ਪੋਸਟਾਂ ਨੂੰ ਅੱਗੇ ਬਹੁਤ ਬਾਰੀਕੀ ਨਾਲ ਵੰਡਿਆ ਗਿਆ ਹੈ। ਜਨਰਲ ਕੈਟੇਗਰੀ, SC, BC, ਐਕਸ ਸਰਵਿਸਮੈਨ, ਅੰਗਹੀਨ ਉਮੀਦਵਾਰਾਂ ਅਤੇ ਸਪੋਰਟਸ ਕੋਟੇ ਲਈ ਅਲੱਗ-ਅਲੱਗ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਨੇ। ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਔਰਤਾਂ ਲਈ ਹਰ ਕੈਟੇਗਰੀ ਵਿੱਚ ਵੱਖਰਾ ਰਾਖਵਾਂਕਰਨ ਦਿੱਤਾ ਗਿਆ ਹੈ। ਇਹ ਭਰਤੀ ਪ੍ਰਕਿਰਿਆ ਵਿੱਚ ਸਾਰਿਆਂ ਨੂੰ ਬਰਾਬਰ ਦਾ ਮੌਕਾ ਦੇਣ ਦਾ ਬਹੁਤ ਵਧੀਆ ਉਪਰਾਲਾ ਹੈ। ਪਰ ਇੱਕ ਗੱਲ ਇੱਥੇ ਬਿਲਕੁਲ ਪੱਲੇ ਬੰਨਣ ਵਾਲੀ ਹੈ। ਜੇਕਰ ਕੋਈ ਵੀ ਉਮੀਦਵਾਰ ਕਿਸੇ ਰਾਖਵੀ ਕੈਟੇਗਰੀ ਯਾਨੀ ਕਿ ਰਿਜ਼ਰਵਡ ਕੈਟੇਗਰੀ ਦਾ ਫਾਇਦਾ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਜਾਬ ਡੋਮਿਸਾਈਲ ਜਾਂ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਲਾਣਾ ਬਹੁਤ ਜ਼ਰੂਰੀ ਹੈ। ਇਸ ਅਧਿਕਾਰਤ ਸਰਟੀਫਿਕੇਟ ਤੋਂ ਬਿਨਾਂ ਤੁਹਾਡਾ ਕੋਈ ਵੀ ਦਾਅਵਾ ਮੰਨਿਆ ਨਹੀਂ ਜਾਵੇਗਾ। ਇਹ ਨਿਯਮ ਬਣਾਇਆ ਹੀ ਇਸ ਲਈ ਗਿਆ ਹੈ ਤਾਂ ਜੋ ਪੂਰੇ ਪ੍ਰੋਸੈਸ ਵਿੱਚ ਪਾਰਦਰਸ਼ਿਤਾ ਬਣੀ ਰਹੇ। ਹੁਣ ਆਉਂਦੇ ਹਾਂ ਆਖਰੀ ਤੇ ਸਭ ਤੋਂ ਜ਼ਰੂਰੀ ਹਿੱਸੇ ਤੇ, ਐਪਲੀਕੇਸ਼ਨ ਫੀਸ ਤੇ ਪੂਰਾ ਪ੍ਰੋਸੈਸ। ਕਿਉਂਕਿ ਡੈਡਲਾਈਨ ਬਿਲਕੁਲ ਸਿਰ ਤੇ ਹੈ, ਇਸ ਲਈ ਇਨ੍ਹਾਂ ਤਕਨੀਕੀ ਗੱਲਾਂ ਨੂੰ ਧਿਆਨ ਨਾਲ ਸਮਝਣਾ ਬਹੁਤ ਜ਼ਰੂਰੀ ਹੈ। ਫੀਸ ਦਾ ਢਾਂਚਾ ਕਾਫੀ ਕਲੀਅਰ ਰੱਖਿਆ ਗਿਆ ਹੈ। ਪੋਸਟ ਨੰਬਰ 1 ਯਾਨੀ ਕੰਸਲਟੈਂਟ ਲਈ ਜਨਰਲ ਫੀਸ 1180 ਰੁਪਏ ਹੈ ਤੇ SC, ST ਜਾਂ PWD ਕੈਟੇਗਰੀ ਲਈ ਇਹ ਛੂਟ ਦੇ ਨਾਲ 590 ਰੁਪਏ ਬਣਦੀ ਹੈ। ਬਾਕੀ ਪੋਸਟਾਂ ਯਾਨੀ 2 ਤੋਂ ਲੈ ਕੇ 6 ਤੱਕ ਜਨਰਲ ਉਮੀਦਵਾਰਾਂ ਲਈ ਫੀਸ 944 ਰੁਪਏ ਹੈ ਤੇ ਰਾਖਵੀਆਂ ਸ਼੍ਰੇਣੀਆਂ ਲਈ ਇਹ 472 ਰੁਪਏ ਹੈ। ਤੇ ਹਾਂ, ਇੱਕ ਗੱਲ ਹੋਰ, ਇਹਨਾਂ ਸਾਰੀਆਂ ਫੀਸਾਂ ਵਿੱਚ GST ਪਹਿਲਾਂ ਤੋਂ ਹੀ ਸ਼ਾਮਿਲ ਕੀਤਾ ਹੋਇਆ ਹੈ, ਸੋ ਕੋਈ ਐਕਸਟਰਾ ਖਰਚਾ ਨਹੀਂ ਹੈ। ਹੁਣ ਇੱਥੇ ਇੱਕ ਹੋਰ ਵੱਡਾ ਰੂਲ ਹੈ ਜੋ ਖਾਸ ਧਿਆਨ ਮੰਗਦਾ ਹੈ।
ਜੇਕਰ ਕੋਈ SC ST ਜਾਂ PWD ਉਮੀਦਵਾਰ ਪੰਜਾਬ ਤੋਂ ਬਾਹਰਲੇ ਸੂਬੇ ਤੋਂ ਅਪਲਾਈ ਕਰ ਰਿਹਾ ਹੈ ਤਾਂ ਉਸ ਨੂੰ ਕੋਈ ਫੀਸ ਛੋਟ ਨਹੀਂ ਮਿਲੇਗੀ ਕਿਉਂਕਿ ਉਹਨਾਂ ਕੋਲ ਪੰਜਾਬ ਦਾ ਡੋਮਿਸਾਈਲ ਨਹੀਂ ਹੈ, ਇਸ ਲਈ ਉਹਨਾਂ ਨੂੰ ਪੂਰੀ ਜਨਰਲ ਕੈਟਾਗਰੀ ਵਾਲੀ ਫੀਸ ਹੀ ਭਰਨੀ ਪਵੇਗੀ। ਇਹ ਪੁਆਇੰਟ ਨੋਟ ਕਰਨ ਵਾਲਾ ਹੈ। ਫਿਰ ਤੋਂ ਦੱਸਦੇ ਹਾਂ, ਇਹ ਆਖਰੀ ਕਦਮ ਸਭ ਤੋਂ ਜ਼ਰੂਰੀ ਹੈ। ਹਦਾਇਤਾਂ ਬਿਲਕੁਲ ਸਾਫ਼ ਨੇ ਕਿ ਤੁਹਾਡੀ ਐਪਲੀਕੇਸ਼ਨ ਦੀ ਹਾਰਡ ਕਾਪੀ ਅੰਮ੍ਰਿਤਸਰ ਕੈਂਪਸ ਵਿੱਚ ਰਜਿਸਟਰਾਰ ਦਫ਼ਤਰ ਤੱਕ ਪਹੁੰਚਣੀ ਲਾਜ਼ਮੀ ਹੈ। ਜੇ ਤੁਸੀਂ ਸੋਚਦੇ ਹੋ ਕਿ ਸਿਰਫ ਆਨਲਾਈਨ ਫਾਰਮ ਭਰ ਕੇ ਕੰਮ ਮੁੱਕ ਗਿਆ ਤਾਂ ਨਹੀਂ, ਉਹ ਅਧੂਰਾ ਮੰਨਿਆ ਜਾਵੇਗਾ। ਇਸ ਮਾਮਲੇ ਵਿੱਚ ਕੋਈ ਛੂਟ ਨਹੀਂ ਹੈ।